वाहिगुरु जी का खालसा वाहिगुरु जी की फतेह। परम सत्कार ते सन्मान योग गुरुदेव दे पावन प्यार दे रंग विच रत्ती हुई गुरु खालसा साध संगत जीओ। दीन दुनिया दे मालक चबर छत्र तखत दे मालक धन 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 श्री गुरु ग्रंथ साहिब जी महाराज जी दी पवित्र हजूरी च अमृत वेले तो हाजरियां भर के सतगुरु नौवें पातशाह धन श्री गुरु तेग बहादुर साहिब जी महाराज गुरुदेव दियां खुशियां प्राप्त कर रहे हो। सर्ब आसा पूर्ण करने वाली श्री आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब नाल सत्कार नाल आप जी ने सरवण कीते हैं। अमृत वेले पावन पवित्र श्री मुख वाक दी दात सतगुरां ने बख्शिश कीती है। आओ कुछ समय ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਚਰਨਾਂ ਨਾਲ ਜੋੜੀਏ। ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। आप स्वयं पार ब्रह्म परमेश्वर इस मातलोक की धरती ते गुरु नानक साहिब दा रूप धारण करके अवतरित हुए। सतगुरु जी ने अपने मुखों ये पावन अमृत बचन उचारे हैं। मन बिरतियां गुरुदेव दे चरनां नाल जोड़िए। एकाग्रता बनाउण निमित्त आखो जी सतनाम श्री वाहिगुरु साहिब जी। सतनाम श्री वाहिगुरु साहिब जी। इक ओंकार सतनाम। मंगल कीता प्रारंभ विच क्योंकि राग धनासरी इत्थों आरंभ हुंदा है। 660 अंग है। एक ओंकार एक दा मतलब जिस दा कोई सजाती विजाती साबगत नहीं। एक दा मतलब जो अद्विती है। सजाती विजाती साबगत तिन्ना भेदां तो रहत है। ओंकार दा मतलब है जिहड़ा सारियां नूं प्रकाशणे वाला है, जिस दा प्रकाश सारियां विच है। ओंकार ये उही सब तो पहला अक्षर जो अकाल पुरख जी ने उच्चारण किया जिस तो सारी सृष्टि की उत्पत्ति हुई। ओंकार ब्रह्मा ओतपात ओंकार किया जिन चित। ओंकार तो सब कुछ बनया। गुरुदेव एक जगह ते फरमान करते हैं, आपे धरती साजियन प्यारे पिछा टंक चढ़ाया। टंक सुनियारे दी दुकान ते एक छोटा जिहा वट्टा हुंदा 3.5 मासियां दा। 3.5 मासे उहदा तोल हुंदा। एक ओंकार 3.5 मात्रावां दा सुमेल है। ਇਹ ਉਹੀ 3.5 ਮਾਸਿਆਂ ਦਾ ਟੰਕ ਹੈ ਜਿਹੜਾ ਧਰਤੀ ਨੂੰ ਬੈਲੈਂਸ ਕਰਨ ਵਾਸਤੇ ਪਰਮੇਸ਼ਰ ਨੇ
ਇੱਕ ਪਲੜੇ 'ਚ ਇਹਨੂੰ ਰੱਖਿਆ, ਦੂਜੇ ਪਲੜੇ 'ਚ ਧਰਤੀ ਨੂੰ ਰੱਖ ਕੇ ਇਹਦਾ ਬੈਲੈਂਸ ਬਣਾਇਆ ਹੋਇਆ। ਜੇ ਕਿਤੇ ਇਸ ਇੱਕ ਓੰਕਾਰ ਸ਼ਬਦ ਨੂੰ ਪਰਮਾਤਮਾ ਮੁੜ ਆਪਣੇ ਵਿੱਚ ਸਮੇਟ ਲੈਂਦਾ ਤਾਂ ਸਭ ਕੁਝ ਖਤਮ ਹੋ ਜਾਏਗਾ, ਸਭ ਕੁਝ ਵਿਲੈ ਹੋ ਜਾਏਗਾ। 3.5 ਮਾਤਰਾਵਾਂ ਦੇ ਇਸ ਪਾਵਨ ਪਵਿੱਤਰ ਸ਼ਬਦ ਨੂੰ ਪਰਮਾਤਮਾ ਨੇ ਸੰਸਾਰ ਦਾ ਆਧਾਰ ਬਣਾਇਆ, ਸ੍ਰਿਸ਼ਟੀ ਦਾ ਆਧਾਰ ਬਣਾਇਆ। ਇੱਕ ਨਾਦ ਹੈ ਜਿਹੜਾ ਆਕਾਸ਼ ਗੰਗਾ ਵਿੱਚ ਗੂੰਜ ਰਿਹਾ ਹੈ, ਔਰ ਉਸੇ ਨਾਦ ਦੀ ਗੂੰਜ ਨਾਲ ਇਹ ਸਾਰੀ ਧਰਤੀ, ਇਹ ਸਾਰੀ ਪ੍ਰਕਿਰਤੀ ਟਿਕੀ ਹੋਈ ਹੈ। ਇੱਕ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਆਧਾਰ ਹੈ, ਜੋ ਸਾਰਿਆਂ ਦਾ ਬੀਜ ਹੈ। ਇਦਾਂ ਕਹਿ ਸਕਦੇ ਹਾਂ, ਇਹ ਬੀਜ ਹੈ, ਇਸੇ ਬੀਜ ਤੋਂ ਸਾਰਾ ਸੰਸਾਰ ਰੂਪੀ ਦਰਖਤ ਪੈਦਾ ਹੋਇਆ। ਫਿਰ ਪਾਤਸ਼ਾਹ ਕਹਿੰਦੇ ਸਤਨਾਮ, ਪਰਮੇਸ਼ਰ ਦਾ ਨਾਮ ਹੀ ਤ੍ਰਿਕਾਲ ਸਤ ਹੈ। ਸਤ ਜਿਹੜਾ ਤਿੰਨਾਂ ਕਾਲਾਂ 'ਚ ਹੋਵੇ ਉਹਨੂੰ ਸਤ ਕਹਿੰਦੇ ਆ। ਪਹਿਲਾਂ ਵੀ ਸੀ, ਹੁਣ ਵੀ, ਅੱਗੇ ਵੀ ਰਹੇਗਾ। ਜੋ ਤਿੰਨਾਂ ਕਾਲਾਂ ਵਿੱਚ ਰਹੇ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਉਸ ਦੇ ਨਾਮ ਨੂੰ ਸਤ ਕਿਹਾ ਹੈ। ਕਰਤਾ ਪੁਰਖ, ਵਾਹਿਗੁਰੂ ਜੀ ਸਾਰੇ ਜਗਤ ਦੇ ਕਰਤਾ ਹਨ, ਸਾਰੇ ਸੰਸਾਰ ਦੇ ਕਰਤਾ ਹਨ, ਸਾਰੀ ਸ੍ਰਿਸ਼ਟੀ ਦੇ ਕਰਤਾ ਹਨ। ਸਾਡੇ ਹਿੰਦੁਸਤਾਨ ਵਿੱਚ ਬਹੁਤ ਸਾਰੇ ਧਰਮ ਗ੍ਰੰਥ ਨੇ, 6 ਸ਼ਾਸਤਰ ਨੇ। ਉਹਨਾਂ ਵਿੱਚੋਂ ਇੱਕ ਸ਼ਾਸਤਰ ਹੈ ਨਿਆਏ। ਨਿਆਏ ਦੇ ਕਰਤਾ ਇਹ ਕਹਿੰਦੇ ਹਨ ਕਿ ਸ੍ਰਿਸ਼ਟੀ ਦਾ ਕਰਤਾ ਅਣੂ ਹੈ। ਅਣੂਆਂ ਤੋਂ ਸ੍ਰਿਸ਼ਟੀ ਮੰਨਦੇ ਆ ਵੀ ਅਣੂਆਂ ਤੋਂ ਸ੍ਰਿਸ਼ਟੀ ਦੀ ਉਤਪਤੀ ਹੋਈ। ਉਹ ਅਣੂਆਂ ਨੂੰ ਸ੍ਰਿਸ਼ਟੀ ਦਾ ਕਾਰਨ ਮੰਨਦੇ ਵੀ ਇਹਦੇ ਤੋਂ ਉਹ ਅਣੂ ਜਿਹੜੇ ਦੁਚੁਣਕ ਹੋਏ, ਜਦੋਂ ਮਿਲਦੇ ਚਲੇ ਗਏ, 2 ਤੋਂ 4, 4 ਤੋਂ 8, 8 ਤੋਂ 16, ਏਦਾਂ ਮਿਲਦਿਆਂ ਸ੍ਰਿਸ਼ਟੀ ਦੀ ਰਚਨਾ ਹੋਈ। ਉਹ ਅਣੂਆਂ ਨੂੰ ਸੰਸਾਰ ਦਾ ਕਰਤਾ ਮੰਨਦੇ ਨੇ, ਕਿਉਂਕਿ ਉਹ ਅਨਿਸ਼ਵਰਵਾਦੀ ਨੇ, ਈਸ਼ਵਰ ਦੀ ਹੋਂਦ ਨੂੰ ਨਹੀਂ ਮੰਨਦੇ। ਪਰ ਉਹਨਾਂ ਦੀ ਇਹ ਥਿਊਰੀ ਇੱਥੇ ਆ ਕੇ ਗਲਤ ਹੋ ਜਾਂਦੀ ਹੈ ਕਿ ਅਣੂਆਂ ਵਿੱਚ ਜਿਹੜੀ ਚੇਤਨਤਾ ਹੈ ਉਹ ਕਿਸ ਦੀ ਹੈ। ਉਹ ਅਣੂ ਜਿਹੜੇ ਹਨ ਉਹ ਕਿਵੇਂ ਅੱਗੇ ਸ੍ਰਿਸ਼ਟੀ ਦੀ ਰਚਨਾ ਕਰ ਸਕਦੇ ਨੇ? ਤਾਂ ਗੁਰਦੇਵ ਕਹਿੰਦੇ ਕਰਤਾ ਪਰਮਾਤਮਾ ਹੈ, ਅਕਾਲ ਪੁਰਖ ਹੈ, ਔਰ ਉਹ ਜੋ ਕਰਦਾ ਹੈ ਕਰਨ ਤੋਂ ਬਾਅਦ ਉਹਦੇ ਵਿੱਚ ਪੂਰਿਆ ਹੋਇਆ ਵੀ ਹੈ, ਕਰਕੇ ਫਿਰ ਸਾਰਿਆਂ ਵਿੱਚ ਪੂਰਿਆ ਹੋਇਆ। ਇੱਕ ਜੁਲਾਹਾ ਕੱਪੜੇ ਦਾ ਕਰਤਾ ਹੈ, ਉਹਨੇ ਕੱਪੜਾ ਬਣਾਇਆ, ਪਰ ਉਹ ਕੱਪੜੇ ਨੂੰ ਬਣਾ ਕੇ ਉਹਦੇ ਵਿੱਚ ਵਸਦਾ ਨਹੀਂ ਹੈ। ਇੱਕ ਘੁਮਿਆਰ ਘੜੇ ਦਾ ਕਰਤਾ, ਉਹਨੇ ਮਿੱਟੀ ਦਾ ਘੜਾ ਬਣਾ ਦਿੱਤਾ, ਪਰ ਮਿੱਟੀ ਦਾ ਘੜਾ ਬਣਾ ਕੇ ਉਹਦੇ ਵਿੱਚ ਨਹੀਂ ਵਸਦਾ। ਪਰਮਾਤਮਾ ਇਸ ਸ੍ਰਿਸ਼ਟੀ ਦਾ ਕਰਤਾ ਹੈ, ਔਰ ਇਸ ਸ੍ਰਿਸ਼ਟੀ ਨੂੰ ਕਰਕੇ ਫਿਰ ਉਹ ਇਹਦੇ ਵਿੱਚ ਵਸਦਾ। ਇਸ ਕਰਕੇ ਉਹਨੂੰ ਕਿਹਾ ਪੁਰਖ, ਜੋ ਸਾਰਿਆਂ ਵਿੱਚ ਵਸਦਾ ਵੀ ਹੈ। ਕੁਦਰਤ ਕਰਕੇ ਵਸਿਆ ਸੋਏ, ਜੋ ਇਸ ਕੁਦਰਤ ਦੀ ਰਚਨਾ ਕਰਕੇ, ਸ੍ਰਿਸ਼ਟੀ ਦੀ ਰਚਨਾ ਕਰਕੇ ਫਿਰ ਇਹਦੇ ਵਿੱਚ ਵਸਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਉਹ ਸਾਰੇ ਸੰਸਾਰ ਦੀ ਰਚਨਾ ਕਰਨ ਤੋਂ ਬਾਅਦ ਫਿਰ ਉਹਦੇ ਵਿੱਚ ਵਸਦਾ ਹੈ। ਉਹਨੂੰ ਕਹਿੰਦੇ ਨੇ ਪੁਰਖ, ਕਰਕੇ ਫਿਰ ਉਹਦੇ ਵਿੱਚ ਵਸਦਾ ਹੈ। ਇਸ ਕਰਕੇ ਉਹਨੂੰ ਕਿਹਾ ਕਰਤਾ ਪੁਰਖ, ਜੋ ਸਭ ਨੂੰ ਪੂਰਨੇ ਵਾਲਾ ਹੈ। ਹਾਂਜੀ, ਨਿਰਭਉ, ਨਿਰਭਉ ਹੈ, ਉਹਨੂੰ ਡਰ ਨਹੀਂ ਹੈ ਕਿਸੇ ਦਾ, ਭਉ ਨਹੀਂ ਹੈ ਕਿਸੇ ਦਾ। ਹਰ ਸ਼ੈ ਉਹਦੇ ਭੈ ਵਿੱਚ ਹੈ, ਪਰ ਉਹਨੂੰ ਕਿਸੇ ਦਾ ਭੈ ਨਹੀਂ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜਿਉ ਸੋਏ। ਉਹਦੇ ਭੈ ਵਿੱਚ ਸਾਰੀ ਸ੍ਰਿਸ਼ਟੀ ਹੈ, ਸਾਰਾ ਆਕਾਰ ਹੈ, ਪਰ ਉਹ ਆਪ ਖੁਦ ਨਿਰਭਉ ਹੈ, ਉਹਨੂੰ ਕਿਸੇ ਦਾ ਭਉ ਨਹੀਂ। ਭੈ ਵਿੱਚ ਪਵਨ ਵਹੈ ਸਦਭਾਉ, ਭੈ ਵਿੱਚ ਚੱਲਹਿ ਲਖ ਦਰਿਆਉ।
ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸਭ ਕੁਝ ਉਹਦੇ ਭੈ ਵਿੱਚ ਹੈ, ਪਰ ਉਹਨੂੰ ਆਪ ਕਿਸੇ ਦਾ ਵੀ ਭੈ ਨਹੀਂ, ਡਰ ਨਹੀਂ। ਇਸ ਕਰਕੇ ਕਿਹਾ ਨਿਰਭਉ। ਉਹਨੂੰ ਕਿਸੇ ਦਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬਹਿ ਕੇ ਦੀਨ ਤੇ ਦੁਨੀਆ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ, ਦੁਨੀਆ ਦੇ ਸਭ ਤੋਂ ਜਰਵਾਣੇ ਬਾਦਸ਼ਾਹ ਨੂੰ ਕਹਿੰਦੇ ਐ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਿਉਂਕਿ ਮੇਰੇ ਸਾਹਿਬ ਨਿਰਭਉ ਹਨ, ਕਿਸੇ ਦਾ ਭਉ ਨਹੀਂ, ਜਿਹੜੇ ਕਿਸੇ ਦੇ ਡਰ ਵਿੱਚ ਨਹੀਂ, ਨਿਰਭਉ ਹਨ, ਨਿਰਵੈਰ। ਨਿਰਭਉ ਹਨ, ਇਸ ਕਰਕੇ ਉਹ ਨਿਰਵੈਰ ਵੀ ਹਨ। ਇੱਕ ਦੋਸ਼ ਹੁੰਦਾ, ਉਹਨੂੰ ਕਹਿੰਦੇ ਨੇ ਅਤੀ ਵਿਆਪਤੀ ਦੋਸ਼। ਸ਼ਾਸਤਰਾਂ ਵਿੱਚ ਇਹ ਦੋਸ਼ ਮੰਨਿਆ ਜਾਂਦਾ। ਇਹਦੀ ਵਿਆਖਿਆ ਏਦਾਂ ਕਰਦੇ ਨੇ ਅਤੀ ਵਿਆਪਤੀ ਦੋਸ਼ ਦੀ। ਕਿਸੇ ਨੇ ਕਿਹਾ ਕਿ ਘੋੜੇ ਦੇ 4 ਪੈਰ ਹੁੰਦੇ ਨੇ। ਕਿਸੇ ਨੇ ਕਿਹਾ ਕਿ ਘੋੜੇ ਦੇ 4 ਪੈਰ ਹੁੰਦੇ ਨੇ। ਲਾਗਿਓਂ ਦੂਜਾ ਬੋਲਿਆ, ਕਹਿਣ ਲੱਗਾ ਬੱਕਰੀ ਦੇ ਵੀ 4 ਹੀ ਹੁੰਦੇ ਨੇ, ਗਾਂ ਦੇ ਵੀ 4 ਹੀ ਹੁੰਦੇ ਨੇ, ਬਲਦ ਦੇ ਵੀ 4 ਹੀ ਪੈਰ ਹੁੰਦੇ ਨੇ। ਯਾਨੀ ਕਿ ਇੱਕ ਉਹ ਦੋਸ਼ ਜਿਹੜਾ ਸਾਰਿਆਂ ਵਿੱਚ ਲਾਗੂ ਹੋ ਜਾਏ, ਇੱਕ ਵਿਸ਼ੇਸ਼ਤਾ ਸਾਰਿਆਂ ਵਿੱਚ ਹੀ ਲਾਗੂ ਹੋ ਜਾਏ, ਇਹਨੂੰ ਅਤੀ ਵਿਆਪਤੀ ਦੋਸ਼ ਕਹਿੰਦੇ। ਹੁਣ ਜੇ ਕੋਈ ਕਹੇ ਕਿ ਪ੍ਰਮਾਤਮਾ ਨਿਰਭਉ ਹੈ, ਤਾਂ ਬਹੁਤਿਆਂ ਨੇ ਆਖਿਆ ਰਾਵਣ ਕਿਹੜਾ ਕਿਸੇ ਦਾ ਡਰ ਮੰਨਦਾ ਸੀ, ਉਹ ਵੀ ਨਿਰਭਉ ਹੈ। ਉਹ ਕੋਈ ਭਉ ਮੰਨਦਾ ਸੀ ਕਿਸੇ ਦਾ? ਉਹ ਵੀ ਡਰ ਨਹੀਂ ਸੀ ਮੰਨਦਾ। ਹਰਨਾਕਸ਼ ਵੀ ਨਿਰਭਉ ਸੀ। ਉਹ ਪਿਆਰਿਓ, ਗੁਪਤ ਹੋ ਜਾਓ, ਜਿਹੜੇ ਬਾਹਰ ਖੜੇ ਨੇ ਥੋੜਾ ਜਿਹਾ ਬਾਹਰ ਜਾ ਕੇ ਗੱਲ ਕਰ ਲਓ। ਇੰਨਾ ਕਿਹੜਾ ਜ਼ਰੂਰੀ ਬਚਨ ਹੈ ਤੁਹਾਡਾ? ਭਉ ਨਹੀਂ ਪਰਮੇਸ਼ਰ ਨੂੰ। ਹੁਣ ਕੋਈ ਆਖੇ ਰਾਵਣ ਵੀ ਨਿਰਭਉ ਹੈ, ਹਰਨਾਕਸ਼ ਵੀ ਨਿਰਭਉ ਹੈ, ਦੋਸ਼ ਲਾਗੂ ਹੋ ਗਿਆ ਨਾ, ਅਤੀ ਵਿਆਪਤੀ ਦੋਸ਼। ਉਹਦੀ ਨਿਰਵਿਰਤੀ ਕਿਵੇਂ ਕੀਤੀ ਵੇਖੋ ਜਗਤ ਗੁਰੂ ਬਾਬਾ ਜੀ ਨੇ। ਵੀ ਕੱਲ ਨੂੰ ਕੋਈ ਹਰਨਾਕਸ਼ ਨੂੰ ਪੂਜਣ ਲੱਗ ਪਏ, ਰਾਵਣ ਨੂੰ ਪੂਜਣ ਲੱਗ ਪਏ ਵੀ ਜੀ ਉਹ ਵੀ ਨਿਰਭਉ ਸਨ। ਮਹਾਰਾਜ ਜੀ ਕਹਿੰਦੇ ਉਹ ਨਿਰਭਉ ਜ਼ਰੂਰ ਸੀ, ਪਰ ਉਹ ਨਿਰਵੈਰ ਨਹੀਂ ਸਨ। ਉਹ ਨਿਰਵੈਰ ਨਹੀਂ ਸੀ, ਉਹਨਾਂ ਅੰਦਰ ਵੈਰ ਭਾਵ ਤਾਂ ਸੀ, ਪਰ ਜਿਸ ਨਿਰੰਕਾਰ ਪਰਮੇਸ਼ਰ ਦੀ ਗੱਲ ਗੁਰੂ ਬਾਬਾ ਜੀ ਕਹਿੰਦੇ ਅਸੀਂ ਕਰ ਰਹੇ ਹਾਂ, ਉਹ ਜਿੱਥੇ ਨਿਰਭਉ ਹੈ ਉੱਥੇ ਉਹ ਨਿਰਵੈਰ ਵੀ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਨਾਲੇ ਉਹ ਵੈਰ ਕਰੇ ਵੀ ਕਿਹਦੇ ਨਾਲ, ਜਦੋਂ ਸਭ ਕੁਝ ਉਹਦੀ ਆਪਣੀ ਹੀ ਅੰਸ਼ ਹੈ, ਆਪਣੇ ਹੀ ਅੰਸ਼ ਤੋਂ ਸਭ ਕੁਝ ਬਣਾਇਆ, ਤੇ ਆਪਣੀ ਅੰਸ਼ ਨਾਲ ਵੈਰ ਕਿਵੇਂ ਕਰੇ? ਇਸ ਕਰਕੇ ਵਾਹਿਗੁਰੂ ਜੀ ਦਾ ਸਵਰੂਪ ਨਿਰਵੈਰ ਹੈ। ਅਕਾਲ ਮੂਰਤ। ਪਰਮੇਸ਼ਰ ਦੀ ਮੂਰਤ ਅਕਾਲ ਹੈ। ਸਭ ਮੂਰਤਾਂ ਬਿਨਸਦੀਆਂ ਨੇ, ਹਰ ਮੂਰਤ ਬਿਨਸਦੀ ਹੈ। ਇੱਕ ਵਿਦਵਾਨ ਲਿਖਦਾ ਬੜਾ ਸੋਹਣਾ, ਉਹ ਕਹਿੰਦਾ ਵਾਹ ਉਹ ਮੇਰਿਆ ਰੱਬਾ, ਜਾਂ ਇੰਨੀਆਂ ਸੋਹਣੀਆਂ ਮੂਰਤਾਂ ਬਣਾਇਆ ਨਾ ਕਰ, ਬਣਾਏ ਬਿਨਾਂ ਨਹੀਂ ਜੇ ਤੂੰ ਰਹਿ ਸਕਦਾ, ਤੇ ਏਦਾਂ ਬਣਾ ਕੇ ਮਿੱਟੀ ਚ ਰਲਾਇਆ ਨਾ ਕਰ। ਦੁਨੀਆ ਦੀ ਹਰ ਮੂਰਤ ਮਿੱਟੀ ਚ ਗਰਕ ਹੁੰਦੀ ਹੈ, ਖਤਮ ਹੁੰਦੀ ਹੈ, ਵਿਨਾਸ਼ ਹੁੰਦਾ, ਉਹਦਾ ਕਾਲ ਹੈ। ਪਰ ਪਰਮੇਸ਼ਰ ਦੀ ਮੂਰਤ ਉਹ ਕਾਲ ਦੇ ਦਾਇਰੇ ਤੋਂ ਬਾਹਰ ਹੈ, ਅਕਾਲ ਹੈ। ਉਹ ਕਾਲ ਦੇ ਦਾਇਰੇ ਚ ਨਹੀਂ ਆਉਂਦੀ। ਉਹਦੀ ਮੂਰਤ ਅਕਾਲ ਹੈ, ਉਹਦੀ ਹਸਤੀ, ਉਹਦਾ ਵਜੂਦ ਅਕਾਲ ਹੈ। ਉਹਨੂੰ ਕਿਸੇ ਸਮੇਂ ਦੀ ਸੀਮਾ ਵਿੱਚ ਨਹੀਂ ਬੱਧ ਕੀਤਾ ਜਾ ਸਕਦਾ। ਇੰਨੇ ਕਰੋੜ ਸਾਲ ਜਾਂ ਇੰਨੇ ਅਰਬ ਸਾਲ ਪਹਿਲਾਂ ਰੱਬ ਬਣਿਆ ਸੀ। ਜੇ ਕਹਾਂਗੇ ਵੀ ਇੰਨੇ ਸਾਲ ਪਹਿਲਾਂ ਰੱਬ ਬਣਿਆ ਸੀ, ਯਾਨੀ ਕਿ ਇੰਨੇ ਸਾਲਾਂ ਬਾਅਦ ਉਹ ਖਤਮ ਹੋਵੇਗਾ।
ਇਸ ਕਰਕੇ ਉਹਨੂੰ ਕਾਲ ਦੇ ਚੱਕਰ ਵਿੱਚ ਲਿਆਂਦਾ ਹੀ ਨਹੀਂ ਜਾ ਸਕਦਾ। ਉਹ ਕਾਲ ਦਾ ਵੀ ਕਾਲ ਮਹਾਕਾਲ ਹੈ, ਕਾਲ ਦਾ ਵੀ ਕਾਲ ਮਹਾਕਾਲ। ਤੋ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਜੋ ਮੂਰਤ ਹੈ, ਹਸਤੀ ਹੈ, ਉਹ ਅਕਾਲ ਹੈ। ਉਹ ਕਾਲ ਦੇ ਦਾਇਰੇ ਵਿੱਚ ਨਹੀਂ ਆਉਂਦੀ। ਆਜੂਨੀ ਸੈਭੰ ਅਜੂਨੀ, ਆਜੂਨੀ ਜੋ ਜੂਨੀਆਂ ਤੋਂ ਰਹਿਤ ਹੈ। ਸਭ ਜੂਨੀਆਂ ਉਸੇ ਤੋਂ ਆਈਆਂ ਨੇ, ਪਰ ਉਹ ਆਪ ਕਿਸੇ ਜੂਨੀ ਤੋਂ ਨਹੀਂ ਆਇਆ। ਖਾਲਸਾ ਜੀ, ਇਸ ਪਾਵਨ ਮੂਲ ਮੰਤਰ ਦੀ ਵਿਆਖਿਆ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇੱਕ ਓੰਕਾਰ ਦੀ ਵਿਆਖਿਆ ਮੂਲ ਮੰਤਰ 'ਚ ਹੈ, ਮੂਲ ਮੰਤਰ ਦੀ ਵਿਆਖਿਆ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਅਜੂਨੀ ਹੈ, ਉਹ ਜੂਨੀਆਂ ਵਿੱਚ ਨਹੀਂ ਆਉਂਦਾ। ਸੈਭੰ ਸਵਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ। ਸੈਭੰ ਸਵਤੇ ਪ੍ਰਕਾਸ਼, ਆਪਣੇ ਆਪ ਬਣਿਆ, ਉਸ ਨੂੰ ਕਿਸੇ ਨੇ ਨਹੀਂ ਬਣਾਇਆ। ਗੁਰ ਪ੍ਰਸਾਦ। ਸਮੱਸਿਆ ਪਤਾ ਕੀ ਹੈ? ਲੋਕ ਕਿਉਂ ਵੰਡੇ ਗਏ ਨੇ? ਦੁਨੀਆ ਕਿਉਂ ਫਿਰਕਾ ਪ੍ਰਸਤੀ ਦੇ ਵਿੱਚ ਵੰਡੀ ਗਈ ਹੈ? ਦੁਨੀਆ ਵਿੱਚ ਕਿਉਂ ਇਹ ਭਿੰਨਤਾ ਹੋਈ ਆ? ਵੱਖਰੇਵੇਂ ਕਿਉਂ ਪੈਦਾ ਹੋਏ ਨੇ? ਕਿਉਂਕਿ ਹਰ ਇੱਕ ਨੇ ਆਪਣੀ ਧਾਰਨਾ ਮੁਤਾਬਕ ਆਪਣਾ ਵੱਖਰਾ ਰੱਬ ਬਣਾਇਆ ਹੋਇਆ। ਹਰ ਇੱਕ ਦਾ ਇਹ ਮੰਨਣਾ ਵੀ ਜਿਹੜਾ ਰੱਬ ਅਸੀਂ ਮੰਨਦੇ ਆ ਉਹ ਹੈ। ਹਾਲਾਂਕਿ ਮਨੁੱਖ ਨੂੰ ਪਰਮੇਸ਼ਰ ਨੇ ਸਿਰਜਿਆ ਹੈ, ਪਰ ਮਨੁੱਖ ਸਮਝਦਾ ਵੀ ਪਰਮੇਸ਼ਰ ਨੂੰ ਮੈਂ ਬਣਾਇਆ ਹੈ। ਜਿਹੋ ਜਿਹਾ ਮੈਂ ਸਮਝਦਾ ਉਦਾਂ ਦਾ ਰੱਬ ਹੈ। ਚਾਈਨਾ ਵਿੱਚ ਚਲੇ ਜਾਓ, ਉਹਨਾਂ ਨੇ ਚਪਟੇ ਦੀਆਂ ਨੱਕਾਂ, ਨਿੱਕੀਆਂ ਨਿੱਕੀਆਂ ਅੱਖਾਂ ਵਾਲੀਆਂ ਮੂਰਤੀਆਂ ਬਣਾਈਆਂ ਹੁੰਦੀਆਂ ਵੀ ਸਾਡਾ ਰੱਬ ਏਦਾਂ ਦਾ, ਵੀ ਜਿਹੋ ਜਿਹੇ ਅਸੀਂ ਆ ਉਦਾਂ ਦਾ। ਕਿਸੇ ਇਲਾਕੇ 'ਚ ਚਲੇ ਜਾਓ, ਜਿੱਥੋਂ ਜਿੱਥੋਂ ਦੇ ਲੋਕ ਉਹ ਰਹਿੰਦੇ ਆ, ਜਿੱਥੋਂ ਜਿਹੋ ਜਿਹੀਆਂ ਉਹਨਾਂ ਦੀਆਂ ਆਪਣੀਆਂ ਸ਼ਕਲਾਂ ਸੂਰਤਾਂ ਹੁੰਦੀਆਂ, ਉਦਾਂ ਦੇ ਰੱਬ ਦੀ ਬਣਾ ਲੈਂਦੇ। ਪਰ ਅਸਲ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਕੋਈ ਵੀ ਰੂਪ ਨਹੀਂ ਹੈ, ਉਹ ਨਿਰਾਕਾਰ ਹੈ। ਸਭ ਰੂਪ ਉਸਦੇ ਨੇ, ਪਰ ਆਪਣਾ ਰੂਪ ਉਹਦਾ ਕੋਈ ਵੀ ਨਹੀਂ ਹੈ। ਸਭ ਰੂਪ ਉਸੇ ਦੇ ਹਨ, ਪਰ ਉਹ ਆਪ ਅਰੂਪ ਹੈ। ਹਜ਼ਾਰਾਂ ਮੂਰਤਾਂ ਨੇ ਉਹਦੀਆਂ, ਪਰ ਆਪਣੀ ਕੋਈ ਮੂਰਤ ਵੀ ਨਹੀਂ ਹੈ। ਨਿਰਾਕਾਰ ਵੀ ਹੈ ਤੇ ਆਕਾਰ ਰੂਪ ਵੀ ਹੈ ਨਾ। ਇਸ ਕਰਕੇ ਸੈਭੰ ਸਵਤੇ ਪ੍ਰਕਾਸ਼, ਆਪਣੇ ਆਪ ਪ੍ਰਕਾਸ਼ਣੇ ਵਾਲਾ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ। ਹਾਂਜੀ। ਗੁਰ ਪ੍ਰਸਾਦ। ਜੋ ਉੱਪਰ ਵਰਣਨ ਹੋਇਆ ਪਰਮੇਸ਼ਰ ਦਾ ਸਵਰੂਪ, ਉਹਦੀ ਪ੍ਰਾਪਤੀ ਕਿਵੇਂ ਹੋਵੇਗੀ? ਤਾਂ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਹੁਣ ਇੱਥੋਂ ਅੱਗੇ ਸ਼ਬਦ ਦੀ ਆਰੰਭਤਾ ਹੁੰਦੀ ਹੈ। ਮਹਾਂਪੁਰਸ਼ ਮਹਾਤਮਾ ਦੱਸਦੇ ਨੇ ਕਿ ਸ਼ਬਦ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਪਰਥਾਏ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਮਾਤਾ ਸੁਲੱਖਣੀ ਜੀ ਉਹ ਮਹਾਨ ਤਪਸਵੀ ਮਾਤਾ ਹਨ। ਜੇ ਗੁਰੂ ਬਾਬੇ ਨੂੰ ਅਸੀਂ ਚੇਤੇ ਕਰਦੇ ਹਾਂ ਤਾਂ ਸਤਿਕਾਰਯੋਗ ਮਾਤਾ ਸੁਲੱਖਣੀ ਦੀ ਕੋਈ ਕਾਲਣਾ ਘੱਟ ਨਹੀਂ ਹੈ। ਮੈਂ ਅਕਸਰ ਬੇਨਤੀ ਕਰਦਾ, ਗੁਰੂ ਬਾਬਾ ਜੀ ਵਿਚਰਦੇ ਨੇ, ਕਈ ਸਾਲ ਵਾਪਸ ਘਰ ਨਹੀਂ ਪਰਤਦੇ। ਉਡੀਕ ਦਾ ਤਾਂ 1 ਮਿੰਟ ਵੀ ਔਖਾ ਹੋ ਜਾਂਦਾ ਹੈ। ਸਾਲਾਂ ਬੱਧੀ ਉਡੀਕ ਦੇ ਵਿੱਚ ਮਾਤਾ ਸੁਲੱਖਣੀ ਜੀ ਬੈਠੇ ਰਹਿੰਦੇ ਨੇ। ਕਿੱਡੀ ਵੱਡੀ ਤਪੱਸਿਆ ਹੈ। ਔਰ ਸਾਹਿਬ ਆਉਂਦੇ ਤੇ ਕਦੇ ਉਲਾਂਭਾ ਨਹੀਂ ਦਿੰਦੇ, ਕਦੇ ਮੇਰੇ ਪਾਤਸ਼ਾਹ ਨਾਲ ਕਲੇਸ਼ ਨਹੀਂ ਕਰਦੇ। ਸਤ ਬਚਨ। ਸਤਿਕਾਰਯੋਗ ਮਾਤਾ ਸੁਲੱਖਣੀ ਦੀ ਇਸ ਮਹਾਨ ਤਪੱਸਿਆ ਨੂੰ ਬਾਰੰਬਾਰ ਨਮਸਕਾਰ ਹੈ। ਸ੍ਰੀ ਕਰਤਾਰਪੁਰ ਸਾਹਿਬ ਗੁਰੂ ਬਾਬਾ ਜੀ ਨੂੰ ਬੇਨਤੀ ਕੀਤੀ, ਸਭ ਨੂੰ ਉਪਦੇਸ਼ ਦੇ ਕੇ ਤਾਰ ਦਿਓ, ਮੇਰੇ ਤੇ ਵੀ ਕਿਰਪਾ ਕਰੋ। ਮੇਰਾ ਜੀੜਾ ਡਰਦਾ, ਬੇਨਤੀ ਕਰਦੇ ਨੇ, ਸਰਵਣ ਕਰੀਏ ਜੀ। ਨਾਸਰੀ ਮਹੱਲਾ ਪਹਿਲਾ।
ਘਰ ਪਹਿਲਾ ਚੌਪਦੇ। ਚਾਰ ਪਦਿਆਂ ਵਾਲਾ ਇਹ ਸ਼ਬਦ ਹੈ ਰਾਗ ਧਨਾਸਰੀ ਵਿੱਚ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਤੇ ਪਹਿਲੇ ਘਰ ਸੁਰਤਾਲ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਇਹ ਵਾਹਿਗੁਰੂ ਜੀ ਮੇਰਾ ਜੀੜਾ ਡਰਦਾ ਹੈ, ਹਰ ਹਰ ਕੰਪੈ ਬਾਲਾ ਜੀਓ, ਨਾ ਜਾਨਾ ਕਿਆ ਕਰਸੀ ਪੀਓ। ਥਰ ਹਰ ਕੰਪੈ ਬਾਲਾ ਜੀਓ, ਮੇਰਾ ਹਿਰਦਾ ਥਰ ਹਰ ਕੰਬਦਾ ਹੈ, ਡਰਦਾ ਹੈ, ਭੈ ਪੀਤ ਹੁੰਦਾ। ਡਰੇ ਵੀ ਕਿਉਂ ਨਾ, ਇਹ ਸੰਸਾਰ ਬੜਾ ਵਿਕਰਾਲ ਹੈ, ਇਹਦੇ ਚ ਵਿਕਾਰਾਂ ਦੀ ਅੱਗ ਪਈ ਬਲਦੀ ਹੈ। ਮੇਰਾ ਹਿਰਦਾ ਡਰਦਾ ਹੈ ਮਹਾਰਾਜ, ਮੇਰਾ ਹਿਰਦਾ ਭੈ ਪੀਤ ਹੁੰਦਾ ਹੈ, ਕਿਉਂਕਿ ਵੱਡੇ ਵੱਡੇ ਤਪੀ ਆਪਣੇ ਤਪ ਤੋਂ ਭ੍ਰਸ਼ਟ ਹੋ ਜਾਂਦੇ ਨੇ। ਮੇਰੀ ਜ਼ਿੰਦਗੀ ਦੀ ਇੱਕ ਕਿਸ਼ਤੀ ਹਾਲੇ ਸੰਸਾਰ ਦੇ ਸਮੁੰਦਰ ਦੀ ਮੱਝ ਧਾਰ ਵਿੱਚ ਹੈ। ਮੇਰੇ ਮਨ 'ਚ ਡਰ ਹੈ, ਭੈ ਹੈ, ਪਾਰ ਉਤਰ ਜਾਏ। ਤੇ ਮਹਾਰਾਜ ਤੁਹਾਡੇ ਬਿਨਾਂ ਕੌਣ ਹੈ ਮੇਰਾ, ਜਿਸ ਕੋਲ ਜਾ ਕੇ ਮੈਂ ਆਪਣੇ ਇਸ ਦੁੱਖ ਦੀ ਪੁਕਾਰ ਕਰਾਂ। ਮੇਰਾ ਜੀੜਾ ਡਰਦਾ ਹੈ, ਭੈ ਭੀਤ ਹੁੰਦਾ ਹੈ। ਤੁਹਾਡੇ ਬਿਨਾਂ ਕੌਣ ਹੈ ਮੇਰਾ, ਮੈਂ ਜਿਸ ਕੋਲ ਆਪਣੀ ਪੁਕਾਰ ਕਰਾਂ। ਕੈ ਸਿਉ ਕਰੀ ਪੁਕਾਰ, ਕਿਸ ਕੋਲ ਆਪਣੀ ਪੁਕਾਰ ਕਰਾਂ, ਕਿਸ ਕੋਲ ਆਪਣੀ ਬੇਨਤੀ ਕਰਾਂ। ਤੁਹਾਡੇ ਬਿਨਾਂ ਕੌਣ ਹੈ, ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਤੁਹਾਡੇ ਬਿਨਾਂ ਕੌਣ ਹੈ ਸਾਹਿਬ ਜੀ ਸਾਡਾ, ਕਿਸ ਕੋਲ ਜਾ ਕੇ ਪੁਕਾਰ ਕਰੀਏ, ਕਿਸ ਦਰ ਤੇ ਜਾ ਕੇ ਕੂਕੀਏ, ਕਿਸ ਦਰ ਤੇ ਜਾ ਕੇ ਪੁਕਾਰ ਕਰੀਏ। ਮਹਾਰਾਜ ਸਾਡਾ ਤੁਹਾਡੇ ਬਿਨਾਂ ਕੋਈ ਨਹੀਂ ਹੈ। ਹਾਂਜੀ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਦੁੱਖਾਂ ਨੂੰ ਵਿਸਾਰਨ ਵਾਲੇ ਅਕਾਲ ਪੁਰਖ ਪਰਮੇਸ਼ਰ ਨੂੰ ਸੇਵੀਏ, ਜਿਸ ਦੀ ਸੇਵਾ ਕੀਤਿਆਂ ਸਾਰੇ ਦੁੱਖ ਵਿਸਰ ਜਾਂਦੇ ਹਨ। ਜਿਸ ਦੀ ਸੇਵਾ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ। ਸਰਬ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਐਸੇ ਸਾਹਿਬ ਨੂੰ ਸੇਵੀਏ। ਜਦੋਂ ਅਸੀਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਜਾਂਦੇ ਹਾਂ, ਕੁਝ ਸਮੇਂ ਲਈ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ ਕੋਈ ਗੁਰੂ ਘਰ ਵਿੱਚ, ਜਿੰਨੀਆਂ ਵੀ ਚਿੰਤਾਵਾਂ ਹੁੰਦੀਆਂ ਨੇ ਪਰਿਵਾਰ ਦੀਆਂ, ਹੋਰ ਬਹੁਤ ਸਾਰੀਆਂ, ਉਹਨੇ ਸਮੇਂ ਤੱਕ ਹਿਰਦੇ ਚੋਂ ਸਭ ਦੀ ਬੇਸਿਮਰਤੀ ਹੋ ਜਾਂਦੀ ਹੈ। ਇਹ ਸੰਕੇਤ ਹੈ ਕਿ ਗੁਰੂ ਕੀ ਸੇਵਾ ਸਾਡੇ ਹਿਰਦਿਆਂ ਚੋਂ ਦੁੱਖਾਂ ਨੂੰ ਛੁਡਾ ਦਿੰਦੀ, ਦੁੱਖਾਂ ਦੀ ਨਿਵਰਤੀ ਕਰ ਦਿੰਦੀ ਹੈ। ਦੁੱਖਾਂ ਨੂੰ ਵਿਸਾਰਨ ਵਾਲੇ ਸਾਹਿਬ ਨੂੰ ਸੇਵੀਏ, ਜਿਹੜਾ ਸਦਾ ਹੀ ਦਾਤਾਂ ਦੇਣ ਵਾਲਾ ਦਾਤਾਰ ਹੈ। ਔਰ ਉਹਦੀਆਂ ਦਾਤਾਂ ਕੋਈ ਐਸੀਆਂ ਨਹੀਂ ਹਨ ਵੀ ਸਵੇਰੇ ਦਿੰਦਾ ਦੁਪਹਿਰ ਨੂੰ ਨਹੀਂ, ਦੁਪਹਿਰੇ ਦੇਵੇ ਤੇ ਸ਼ਾਮ ਨੂੰ ਨਹੀਂ, ਜਾਂ ਮਹੀਨੇ 'ਚ ਇੱਕ ਅੱਧੇ ਦਿਨ ਹੀ ਦਾਤ ਦਿੰਦਾ ਹੈ, ਜਾਂ ਸਾਲ ਵਿੱਚ ਇੱਕ ਅੱਧੇ ਦਿਨ ਦਾਨ ਦਿੰਦਾ। ਮੇਰਾ ਸਾਹਿਬ ਤਾਂ ਨਿਤ ਦਾ ਦਾਤਾ ਹੈ, ਨਿਤ। ਉਹ ਏਡਾ ਵੱਡਾ ਦਾਤਾ ਹੈ ਕਿ ਦੇਂਦਿਆਂ ਤੋਟ ਨਹੀਂ ਆਉਂਦਾ ਉਹਦੇ ਖਜ਼ਾਨਿਆਂ 'ਚ। ਏਡਾ ਵੱਡਾ ਦਾਤਾ, ਉਹ ਸਦਾ ਸਦਾ ਦਾਤਾਰ ਹੈ। ਉਹ ਸਦਾ ਹੀ ਦਾਤਾਂ ਦਿੰਦਾ, ਸਦਾ ਹੀ ਦਾਤਾਂ ਦਿੰਦਾ, ਸਦਾ ਹੀ ਦਾਤਾਂ ਦੇ ਕੇ ਨਿਵਾਜਦਾ। ਹਾਂਜੀ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਮੇਰਾ ਸਾਹਿਬ ਨਿਤ ਨਵਾਂ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਨਿਤ ਨਵਾਂ। ਜਿੰਨੀ ਵਾਰ ਪੜੋ, ਜਿੰਨੀ ਵਾਰ ਸੁਣੋ ਗੁਰਬਾਣੀ ਨੂੰ, ਨਿਤ ਨਵੀਂ ਲੱਗਦੀ ਹੈ, ਨਿਤ ਨਵੀਂ। 51 ਪਾਠ ਕਰਨ ਵਾਲੇ ਗੁਰਮੁਖ ਨੇ ਜਪਜੀ ਸਾਹਿਬ ਦੇ, ਜਿੰਨੀ ਵਾਰ ਪੜ੍ਹਦੇ ਨੇ ਉਨੀ ਵੇਰੀ ਨਵਾਂ ਲੱਗਦਾ। 70 ਸਾਲ ਜ਼ਿੰਦਗੀ ਦੇ ਗੁਰਬਾਣੀ ਨੂੰ ਸੁਣਦਿਆਂ ਪੜ੍ਹਦਿਆਂ ਗੁਰਮੁਖਾਂ ਨੇ ਬਤੀਤ ਕੀਤੇ। 80 ਸਾਲ ਦੇ ਹੋ ਗਏ। ਪੁੱਛੋ ਕਿ ਅੱਜ ਤੁਹਾਡਾ ਮਨ ਗੁਰਬਾਣੀ ਤੋਂ ਉੱਕਦਾ ਹੈ? ਉਹ ਕਹਿੰਦੇ ਨਹੀਂ, ਅੱਜ ਵੀ ਏਦਾਂ ਪ੍ਰਤੀਤ ਹੁੰਦਾ ਵੀ ਜਿਵੇਂ ਪਹਿਲੀ ਵਾਰ ਸੁਣ ਰਹੇ ਹਾਂ ਤੇ ਨਵਾਂ ਹੀ ਰਸ ਆ ਰਿਹਾ ਹੈ, ਨਵਾਂ ਹੀ ਰਸ। ਕਿਉਂਕਿ ਮੇਰਾ ਸਾਹਿਬ ਨਿਤ ਨਵਾਂ ਹੈ। ਮਨੁੱਖ ਦੀ ਇੱਕ ਧਾਰਨਾ ਹੁੰਦੀ ਦਿੱਤੀ ਹੈ, ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਚੱਲੀਆਂ ਜਾਂਦੀਆਂ ਸਾਡੇ ਕੋਲੋਂ, ਸਾਡਾ ਮਨ ਉਹਨਾਂ ਤੋਂ ਉੱਕ ਜਾਂਦਾ ਹੈ। ਇੱਕੋ ਸਬਜ਼ੀ ਸਵੇਰੇ ਰੱਖ ਦੇਣ ਪਰਿਵਾਰ ਵਾਲੇ, ਉਹੀ ਦੁਪਹਿਰੀ, ਉਹੀ ਸ਼ਾਮ, ਉਹੀ ਅਗਲੇ ਦਿਨ, 2 ਦਿਨ ਖਾਵਾਂਗੇ, 3 ਦਿਨ ਖਾਵਾਂਗੇ, ਅਖੀਰ ਨੂੰ ਕਹਿੰਦੇ ਆ ਹੁਣ ਅੱਕ ਗਿਆ ਮਨ, ਕੁਝ ਨਵੀਂ ਚੀਜ਼ ਬਣਾਓ। ਕੋਈ ਸਾਧਨ ਹੈ ਸਾਡੇ ਕੋਲ, ਭਾਵੇਂ ਉਹ ਚੰਗਾ ਹੋਵੇ, ਵਧੀਆ ਚੱਲ ਰਿਹਾ ਹੋਵੇ, ਤਾਂ ਵੀ ਮਨੁੱਖ ਦੀ ਬਿਰਤੀ ਹੁੰਦੀ ਹੈ ਵੀ ਹੁਣ ਕੋਈ ਨਵੀਂ ਚੀਜ਼ ਵੇਖੀਏ। ਇਸ ਚੀਜ਼ ਤੋਂ ਮਨ ਅੱਕ ਗਿਆ, ਉੱਕ ਗਿਆ। ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਵੇਖੋ ਕੈਸਾ ਹੈ। ਉਹ ਇਹੀ ਤਾਂ ਉਹਦਾ ਅਚਰਜ ਹੈ ਕਿ ਜਿਵੇਂ ਜਿਵੇਂ ਉਸ ਨੂੰ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਹੋ ਕੇ ਸਾਧਨਾ ਕਰਦੇ ਆ, ਉਹ ਸਾਧਨਾ ਦੇ ਵਿੱਚ ਰਸ ਨਿਤ ਨਵਾਂ ਹੀ ਵਰਤਦਾ, ਨਿਤ ਨਵਾਂ। ਉਹ ਕਦੇ ਪੁਰਾਣਾ ਨਹੀਂ ਲੱਗਦਾ, ਨਿਤ ਨਵਾਂ, ਨਿਤ ਨਵੇਂ ਆਨੰਦ ਵਿੱਚ ਵਿਲੀਨ। ਕਿਉਂਕਿ ਮੇਰੇ ਸਾਹਿਬ ਦਾ ਸਰੂਪ ਹੈ ਹੀ ਨਿਤ ਨਵੀਂ। ਉਹ ਕਦੇ ਪੁਰਾਣਾ ਨਹੀਂ ਹੁੰਦਾ, ਕਿਉਂਕਿ ਸੱਚ ਕਦੇ ਪੁਰਾਣਾ ਹੁੰਦਾ ਹੀ ਨਹੀਂ। ਸੱਚ ਕਦੇ ਪੁਰਾਣਾ ਹੋ ਸਕਦਾ ਭਲਾ ਦੱਸੋ? ਉਦਾਹਰਣ ਵਜੋਂ, ਸੂਰਜ ਦੀ ਰੌਸ਼ਨੀ ਚਿੱਟੀ ਹੈ, ਇਹ ਚਿੱਟਾ ਚਾਨਣ ਹੈ। ਆਪਾਂ ਕਹਿੰਦੇ ਵੀ ਚਿੱਟਾ ਚਾਨਣ, ਉਜਵਲ ਦਿਨ। ਇਹ ਅੱਜ ਤੋਂ ਲੱਖਾਂ ਸਾਲ ਪਹਿਲਾਂ ਵੀ ਇਹ ਸੱਚ ਸੀ ਵੀ ਇਹ ਤਾਂ ਚਾਨਣਾ ਹੈ, ਪ੍ਰਕਾਸ਼ ਹੈ। ਕੀ ਅੱਜ ਇਹ ਸੱਚ ਪੁਰਾਣਾ ਹੋ ਗਿਆ? ਲੱਖਾਂ ਸਾਲ ਤੋਂ ਇਹ ਕਹਿ ਰਹੇ ਹਾਂ ਵੀ ਸੂਰਜ ਦਾ ਚਾਨਣਾ ਹੈ, ਚਿੱਟਾ ਹੈ, ਉਜਵਲ ਦਿਨ ਹੈ। ਅੱਜ ਇਹ ਪੁਰਾਣਾ ਤਾਂ ਨਹੀਂ ਲੱਗਦਾ, ਕਿਉਂਕਿ ਇਹ ਸੱਚ ਹੈ, ਤਾਂ ਹੈ ਹੀ ਚਾਨਣਾ। ਪਰ ਇਹਨੂੰ ਇਹ ਉਦਾਹਰਣ ਵਜੋਂ ਕਹਿ ਰਹੇ ਹਾਂ। ਅਤੀ ਵਿਆਪਤੀ ਦੋਸ਼ ਇਹਦੇ ਤੇ ਵੀ ਲੱਗ ਜਾਣਾ ਵੀ ਹਜ਼ਾਰਾਂ ਸਾਲ, ਲੱਖਾਂ ਸਾਲ ਬਾਅਦ ਇਹਨੇ ਕਾਲਾ ਹੋ ਜਾਣਾ, ਇਹਨੇ ਨਹੀਂ ਰਹਿਣਾ ਚਿੱਟਾ। ਪਰ ਪ੍ਰਮਾਤਮਾ ਤਰਈ ਕਾਲ ਸੱਤ ਹੈ, ਔਰ ਉਹ ਸੱਤ ਅੱਜ ਤੋਂ ਲੱਖਾਂ, ਕਰੋੜਾਂ, ਅਰਬਾਂ ਸਾਲ ਪਹਿਲਾਂ ਜਿੰਨਾ ਨਵਾਂ ਸੀ, ਅੱਜ ਵੀ ਓਨਾ ਹੀ ਨਵਾਂ। ਤੇ ਅੱਜ ਤੋਂ ਅਰਬਾਂ ਖਰਬਾਂ ਸਾਲ ਬਾਅਦ ਜਦੋਂ ਕੁਝ ਵੀ ਨਾ ਰਹੇਗਾ, ਉਹਨੇ ਉਦੋਂ ਵੀ ਓਨਾ ਹੀ ਨਵਾਂ ਰਹਿਣਾ। ਉਹ ਕਦੇ ਪੁਰਾਣਾ ਨਹੀਂ। ਸੱਚ ਪੁਰਾਣਾ ਕਦੇ ਨਹੀਂ ਹੁੰਦਾ। ਜੋ ਹੈ ਹੀ ਸੱਚ, ਉਹ ਕਿਵੇਂ ਪੁਰਾਣਾ ਹੋਵੇਗਾ? ਉਹ ਤਾਂ ਜੁਗਾਂ ਤੱਕ ਉਦਾਂ ਹੀ ਰਹੇਗਾ। ਤੂੰ ਪਾਤਸ਼ਾਹ ਕਹਿੰਦੇ ਮੇਰਾ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਉਹ ਸਦਾ ਸਦਾ ਦਾਤਾਂ ਦੇਣ ਵਾਲਾ ਦਾਤਾਰ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ। ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ। ਸੋ ਮੈਂ ਵਿਸਰ ਨ ਜਾਈ,
ਸੋ ਮੈਂ ਵਿਸਰ ਨ ਜਾਈ। ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ। ਉਹ ਸੱਚ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਹੈ। ਰਹਾਉ ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਅਨ ਦਿਨ ਰਾਤ ਦਿਨ ਆਪਣੇ ਉਸ ਸਾਹਿਬ ਨੂੰ ਸੇਵੀਏ। ਰਾਤ ਦਿਨ ਨੱਠੇ ਪਹਿਰ ਨਿਰੰਤਰ। ਜਦੋਂ ਸੁਰਤ ਵਿੱਚ, ਕਿਉਂਕਿ ਸੁਰਤੀ ਚ ਜਿਹੜੀ ਖੇਡ ਹੈ ਨਾ, ਇਹ ਬੜੀ ਸੂਖਸ਼ਮ ਹੈ। ਜੋ ਸਾਡੀ ਸੁਰਤੀ ਚ ਹੁੰਦਾ ਉਹ ਦਿਨ ਰਾਤ ਚੱਲਦਾ ਰਹਿੰਦਾ। ਜੋ ਸਾਡੀ ਸੁਰਤ ਵਿੱਚ ਨਹੀਂ ਹੈ, ਸਾਡੇ ਸਰੀਰ ਵਿੱਚ ਹੈ ਪਰ ਸੁਰਤ ਵਿੱਚ ਨਹੀਂ ਹੈ, ਉਹ ਉਤਨੀ ਦੇਰ ਤੱਕ ਹੋਵੇਗਾ ਜਿੰਨੀ ਦੇਰ ਤੱਕ ਸਰੀਰ ਕਿਰਿਆ ਕਰ ਰਿਹਾ ਹੈ। ਪਰ ਜੋ ਸੁਰਤ ਵਿੱਚ ਹੋਵੇ, ਸਰੀਰ ਨਿਸ਼ਕਿਰਿਆ ਵੀ ਹੋਵੇ ਨਾ, ਮੰਜੇ ਤੇ ਪਿਆ ਹੋਵੇ, ਨਿਸ਼ਕਿਰਿਆ ਵੀ ਹੋਵੇ, ਜੋ ਸੁਰਤੀ ਵਿੱਚ ਹੁੰਦਾ ਉਹ ਚੱਲਦਾ ਰਹਿੰਦਾ। ਸੁਰਤ ਨਹੀਂ ਰੁਕਦੀ, ਸੁਰਤ ਚੱਲਦੀ ਰਹਿੰਦੀ ਹੈ। ਸਰੀਰ ਨਟਾਲ ਹੋ ਕੇ ਜ਼ਮੀਨ ਤੇ ਪਿਆ ਹੁੰਦਾ, ਪਰ ਸੁਰਤ ਫਿਰ ਵੀ ਚੱਲ ਰਹੀ ਹੁੰਦੀ। ਜੋ ਸੁਰਤੀ ਵਿੱਚ ਹੁੰਦਾ ਹੈ ਉਸ ਦਾ ਵੀ ਚੱਲਦਾ ਹੈ। ਜਦੋਂ ਸਿਮਰਨ ਦੀ ਸਾਧਨਾ ਹੁੰਦੀ, ਉਹ ਜਦੋਂ ਸੁਰਤ ਵਿੱਚ ਆ ਜਾਂਦੀ, ਫਿਰ ਉਹ ਅਨ ਦਿਨ ਹੋ ਜਾਂਦੀ, ਰਾਤ ਦਿਨ ਹੋ ਜਾਂਦੀ। ਤੋ ਜਿਸ ਦੀ ਸੁਰਤ ਵਿੱਚ ਜੋ ਹੁੰਦਾ ਹੈ, ਉਹਦੇ ਸਰੀਰ ਰਾਹੀਂ ਵੀ ਉਹੀ ਕੁਝ ਪ੍ਰਗਟ ਹੁੰਦਾ ਚਲਿਆ ਜਾਂਦਾ। ਕਿਉਂਕਿ ਭਾਂਡੇ ਵਿੱਚ ਜੋ ਹੈ ਉਹ ਨਿਕਲਦਾ, ਕਦੇ ਨਾ ਕਦੇ, ਕਿਤੇ ਨਾ ਕਿਤੇ ਨਿਕਲਦਾ। ਜਿਨ੍ਹਾਂ ਦੀ ਸੁਰਤ ਵਿੱਚ ਹਮੇਸ਼ਾ ਗੁਰੂ ਦਾ ਚਿੰਤਨ ਹੈ, ਉਹਨਾਂ ਦੀ ਸੁਰਤ ਕਿਤਨੀ ਇੱਕਮਿਕ ਹੋ ਜਾਂਦੀ ਹੈ। ਮੈਂ ਇੱਕ ਉਦਾਹਰਣ, ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ, ਅਕਾਲੀ ਕੌਰ ਸਿੰਘ ਜੀ ਬੁੱਢੇ ਦਲ ਦੇ ਨਿਹੰਗ ਸਿੰਘ ਸਨ, ਮਹਾਂਕਾਲ ਫਰਲੇ ਵਾਲੇ। ਅਕਾਲੀ ਜੀ ਦਾ ਜੀਵਨ ਗੁਰੂ ਪਾਤਸ਼ਾਹ ਜੀ ਦੀ ਸਿਮਰਤੀ ਵਿੱਚ ਸਤਿਗੁਰਾਂ ਦੀ ਸੇਵਾ ਕਰਦਿਆਂ ਬਤੀਤ ਹੋਇਆ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਮੋਬਾਈਲ ਤੇ ਭਰਦੇ ਹਾਂ ਤੇ ਸਾਰਾ ਸ਼ਬਦ ਆ ਜਾਂਦਾ। ਜਦੋਂ ਕੰਪਿਊਟਰ ਪੈਦਾ ਵੀ ਨਹੀਂ ਸਨ ਹੋਏ, ਉਸ ਵਕਤ ਇੱਕ ਪੰਕਤੀ ਨੂੰ ਅੱਖਰ ਕਰਮਵਾਰ ਵੇਖ ਕੇ ਕਿ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਅੰਗ ਤੇ ਕਿਹੜੇ ਰਾਗ ਵਿੱਚ ਕਿਹੜੇ ਗੁਰੂ ਦਾ ਹੈ, ਏਡੀ ਵਧੀਆ ਤਕਨੀਕ ਪੈਦਾ ਕੀਤੀ ਅਕਾਲੀ ਕੌਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਬਣਾ ਕੇ। 20 ਸਾਲ ਦੀ ਮਿਹਨਤ ਕੀਤੀ ਅਕਾਲੀ ਜੀ। ਅੱਜ ਅਸੀਂ ਪੰਕਤੀ ਭਰਦੇ ਹਾਂ ਨਾ ਮੋਬਾਇਲ 'ਚ, ਤੇ ਪਤਾ ਲੱਗ ਜਾਂਦਾ ਵੀ ਇਸ ਰਾਗ ਵਿੱਚ ਇਸ ਅੰਗ ਦੇ ਉੱਤੇ। ਉਦੋਂ ਇੱਕ ਗ੍ਰੰਥ ਉਹਨਾਂ ਨੇ ਤਿਆਰ ਕੀਤਾ, ਜਿਹੜੀ ਪੰਕਤੀ ਅੱਖਰਵਾਰ ਤੁਸੀਂ ਵੇਖਣੀ ਆ, ਵੇਖੋ ਉਹਦਾ ਅੰਗ ਨੰਬਰ, ਕਿਹੜੇ ਗੁਰੂ ਸਾਹਿਬ ਦਾ ਸ਼ਬਦ ਹੈ, ਕਿਹੜੇ ਰਾਗ ਵਿੱਚ ਹੈ, ਇੱਕਦਮ ਅੱਗੇ ਆ ਜਾਂਦਾ ਸੀ। ਔਰ ਸਿਮਰਤੀ ਵਿੱਚ ਗੁਰੂ ਪਾਤਸ਼ਾਹ ਦਾ ਧਿਆਨ ਅਕਾਲੀ ਕੌਰ ਸਿੰਘ ਜੀ ਦੇ। ਗੁਰਦੁਆਰਾ ਦੂਖਤ ਵਾਰਨ ਸਾਹਿਬ ਵੀ ਉਹਨਾਂ ਨੇ ਆਪਣਾ ਅੰਤਮ ਸਮਾਂ, ਇੱਥੇ ਉਹਨਾਂ ਦਾ ਸੰਸਕਾਰ ਹੋਇਆ, ਕੰਪਲੈਕਸ ਵਿੱਚ ਇੱਥੇ ਹੀ ਕਿਤੇ। ਇਸੇ ਕਰਕੇ ਤਕਰੀਬਨ 3-4 ਸਾਲ ਪਹਿਲਾਂ ਉਹਨਾਂ ਦੀ ਯਾਦ ਵਿੱਚ ਬਾਹਰ ਇੱਕ ਲਾਇਬ੍ਰੇਰੀ ਜਿਹੜੀ ਆ ਅਕਾਲੀ ਕੌਰ ਸਿੰਘ ਜੀ ਦੇ ਨਾਂ ਤੇ ਸਥਾਪਿਤ ਕੀਤੀ ਗਈ ਸੀ। ਇੱਕ ਵਾਰ ਚਨਾਰ ਦੇ ਇਲਾਕੇ ਦੇ ਵਿੱਚ, ਇੱਧਰ ਕਸ਼ਮੀਰ 'ਚ ਫਿਰ ਰਹੇ ਸੀ, ਕਿਉਂਕਿ ਇਹ ਬ੍ਰਾਹਮਣ ਸਨ। ਉਹ ਬ੍ਰਾਹਮਣ ਜਿਹੜੇ ਪੰਡਿਤ ਕਿਰਪਾ ਰਾਮ ਜੀ ਦੀ ਅੰਸ਼ ਵੰਸ਼ ਵਿੱਚੋਂ,
ਉੱਥੋਂ ਇਹ ਚੱਲਦੇ ਨੇ। ਕਸ਼ਮੀਰੀ ਪੰਡਤ ਸਨ, ਉਹਨਾਂ ਦੇ ਵਿੱਚੋਂ ਇਹ ਸਿੱਖ ਪਰਿਵਾਰ 'ਚ ਪੰਡਤ ਕਿਰਪਾ ਰਾਮ ਜੀ ਗੁਰੂ ਘਰ ਦੇ ਸੇਵਕ ਬਣ ਗਏ ਸਨ। ਰਾਤ ਦਾ ਸਮਾਂ ਇੱਕ ਗੁਰੂ ਘਰ ਵਿੱਚ ਠਹਿਰੇ ਹੋਏ, ਅੱਧੀ ਰਾਤ ਦਾ ਸਮਾਂ ਹੋਇਆ, ਬੜੇ ਬੇਚੈਨ, ਨੀਂਦ ਨਾ ਆਵੇ। ਕਦੇ ਉੱਠ ਕੇ ਬਾਹਰ ਆਉਂਦੇ ਨੇ, ਕਦੇ ਪੈ ਜਾਂਦੇ ਨੇ। 12 ਕੁ ਵਜੇ ਨਾਲ ਸਹਿਆ ਨਹੀਂ ਗਿਆ ਤੇ ਗ੍ਰੰਥੀ ਸਿੰਘ ਨੂੰ ਉਠਾਇਆ। ਗ੍ਰੰਥੀ ਸਿੰਘ ਜੀ ਨੂੰ ਕਹਿਣ ਲੱਗੇ, ਗ੍ਰੰਥੀ ਸਿੰਘ ਜੀ ਦਰਬਾਰ 'ਚ ਚੱਲੀਏ, ਮਹਾਰਾਜ ਜੀ ਦਾ ਪ੍ਰਕਾਸ਼ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦਾ। ਗ੍ਰੰਥੀ ਸਿੰਘ ਜੀ ਕਹਿਣ ਲੱਗੇ ਵੀ ਹਾਲੇ ਤਾਂ 12 ਵਜੇ ਨੇ, ਸਵੇਰੇ ਅੰਮ੍ਰਿਤ ਵੇਲੇ 2:30-3 ਵਜੇ ਆਪਾਂ ਪ੍ਰਕਾਸ਼ ਕਰਾਂਗੇ, ਇਸ਼ਨਾਨ ਪਾਨ ਕਰ ਲਈਏ। ਕਹਿੰਦੇ ਨਹੀਂ, ਤੁਸੀਂ 5 ਇਸ਼ਨਾਨਾ ਕਰੋ, ਹੁਣੇ ਹੀ ਮਹਾਰਾਜ ਜੀ ਦਾ ਪ੍ਰਕਾਸ਼ ਕਰੋ, ਮੈਨੂੰ ਨੀਂਦ ਨਹੀਂ ਆ ਰਹੀ, ਮੈਂ ਬੜਾ ਬੇਚੈਨ ਹਾਂ। ਗ੍ਰੰਥੀ ਸਿੰਘ ਨੇ 7 ਬਚਨ ਕਿਹਾ, ਉਹਨੇ 5 ਇਸ਼ਨਾਨਾ ਕੀਤਾ, ਜਾ ਕੇ ਪ੍ਰਕਾਸ਼ ਕੀਤਾ। ਤੇ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਤੇ ਮਹਾਰਾਜ ਜੀ ਦਾ ਇੱਕ ਅੰਗ ਉਹ ਫੋਲਡ ਹੋਇਆ ਮੁੜਿਆ ਹੋਇਆ ਸੀ ਵਿੱਚ। ਕਹਿੰਦੇ ਸਿੱਧਾ ਕਰੋ। ਇਸੇ ਕਰਕੇ ਮੈਂ ਬੇਚੈਨ ਸੀ, ਨੀਂਦ ਨਹੀਂ ਸੀ ਆ ਰਹੀ। ਹੁਣ ਉਹ ਸੁਰਤ ਕਿਤਨੀ ਇੱਕਮਿਕ ਹੋ ਗਈ ਹੋਵੇਗੀ ਗੁਰੂ ਪਾਤਸ਼ਾਹ ਨਾਲ। ਇਹਨੂੰ ਕਹਿੰਦੇ ਨੇ ਅਨਦਿਨ ਸਾਹਿਬ ਸੇਵੀਐ। ਰਾਤ ਦਿਨ 8 ਪਹਿਰ ਨਿਰੰਤਰ ਇੱਕ ਰਸ ਆਪਣੇ ਸਾਹਿਬ ਨੂੰ ਸੇਵਣਾ ਸੁਰਤ ਵਿੱਚ। ਤੇ ਕਹਿੰਦੇ ਉਹਦਾ ਲਾਭ ਕੀ ਹੋਵੇਗਾ? ਅੰਤ ਛੜਾਏ ਸੋਏ। ਅੰਤ ਨੂੰ ਫਿਰ ਉਹ ਛੁਡਾ ਲਵੇਗਾ। ਜਦੋਂ ਸੁਰਤ ਵਿੱਚ ਉਸੇ ਦਾ ਚਿੰਤਨ ਹੋਵੇਗਾ ਤਾਂ ਫਿਰ ਅੰਤ ਨੂੰ ਛੁਡਾ ਲਵੇਗਾ ਜੰਮਾਂ ਤੋਂ, ਜਨਮ ਮਰਨ ਤੋਂ, ਆਵਾਗਾਉਣ ਤੋਂ। ਕਿਉਂਕਿ ਅੰਤਮ ਸਵਾਸ ਫੈਸਲਾ ਕਰਦਾ ਮਨੁੱਖ ਦੀ ਯਾਤਰਾ ਕਿੱਧਰ ਨੂੰ ਚੱਲਣੀ। ਜਿਹੜਾ ਅੰਤਮ ਸਾਹ ਹੈ ਉਹ ਫੈਸਲਾ ਕਰਦਾ ਤੁਸੀਂ ਕਿੱਧਰ ਜਾਣਾ। ਅੰਤਲੇ ਸਵਾਸ ਵਿੱਚ ਜੇ ਕਿਤੇ ਕੋਈ ਪਰਮੇਸ਼ਰ ਦੇ ਚਿੰਤਨ ਤੋਂ ਬਿਨਾਂ ਕੁਝ ਹੋਰ ਚਿੰਤਨ ਆ ਗਿਆ, ਤੁਹਾਡੀ ਯਾਤਰਾ ਸਰੀਰ ਦੀ ਸਮਾਪਤ ਹੋ ਜਾਣੀ ਹੈ। ਉਹ ਸਰੀਰ ਨੂੰ ਛੱਡ ਕੇ ਦੂਸਰਾ ਸਰੀਰ ਉਹੀ ਮਿਲ ਜਾਣਾ ਜਿਸ ਫੁਰਨੇ 'ਚ ਸਰੀਰ ਛੱਡਿਆ। ਮਾਸ ਦਾ ਫੁਰਨਾ ਕਰਕੇ ਛੱਡਿਆ ਦੁਨੀ ਚੰਦ ਦੇ ਪਿਤਾ ਨੇ, ਤਾਂ ਉਹ ਬਘਿਆੜ ਦੀ ਜੂਨ 'ਚ ਪਿਆ। ਗੁਰੂ ਨਾਨਕ ਸਾਹਿਬ ਨੇ ਮੁਕਤ ਕੀਤਾ। ਉਹ ਅੰਤਮ ਸਵਾਸ ਇੱਕ ਐਸਾ ਚੁਰਸਤਾ ਹੈ, ਉਹਦੇ ਦੌਰਾਨ ਜਦੋਂ ਕੋਈ ਫੁਰਨੇ, ਉਸ ਵੇਲੇ ਕੀ ਫੁਰਨਾ, ਉਸ ਵੇਲੇ ਕੀ ਹੈ ਸੁਰਤ ਵਿੱਚ, ਉਸੇ ਚੁਰਸਤੇ ਦੇ ਰਾਹ ਦੇ ਉੱਤੇ ਉਹਨੇ ਕਿਤੇ ਨਾ ਕਿਤੇ ਤੁਹਾਨੂੰ ਲੈ ਟੁਰਨਾ। ਪਰ ਜੇ ਉਸ ਸਮੇਂ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਤੇ ਫਿਰ ਉਸ ਵਕਤ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਪਰ ਉਹ ਤਾਂ ਹੋਵੇਗਾ ਜੇ ਪਹਿਲਾਂ ਸੁਰਤੀ ਵਿੱਚ ਹੋਵੇਗਾ, ਫਿਰ ਉਹ ਅੰਤ ਨੂੰ ਛਡਾਵੇਗਾ। ਹਾਂਜੀ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਇਹ ਮੇਰੀ ਕਾਮਣੀ ਜਗਿਆਸੂ ਜੀਵ ਰੂਪੀ ਇਸਤਰੀਏ, ਸੁਣ ਸੁਣ, ਤੇਰਾ ਪਾਰ ਉਤਾਰਾ ਇਸੇ ਤਰੀਕੇ ਨਾਲ ਹੋਣਾ। ਜੇ ਤੂੰ ਰਾਤ ਦਿਨ ਉਸ ਦੀ ਸੇਵਾ ਕਰੇ। ਦਇਆਲ ਤੇਰੇ ਨਾਮ ਤਰਾਂ। ਇਹ ਦਿਆਲੂ ਵਾਹਿਗੁਰੂ ਜੀ, ਇੱਕ ਤੁਹਾਡਾ ਨਾਮ ਹੈ ਜਿਸ ਦੇ ਦੁਆਰਾ ਇਹ ਜੀਵ ਸੰਸਾਰ ਤੋਂ ਤਰ ਸਕਦਾ ਹੈ। ਦਇਆਲ ਤੇਰੇ ਨਾਮ ਤਰਾ। ਹੇ ਦਿਆਲੂ, ਤੇਰੇ ਨਾਮ ਨਾਲ ਤਰਿਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਹੀ ਨਹੀਂ ਇਸ ਸੰਸਾਰ ਤੋਂ ਤਰਨ ਦਾ। ਇੱਕ ਆਪ ਜੀ ਦਾ ਅੰਮ੍ਰਿਤ ਨਾਮ ਹੀ ਇਸ ਜੀਵ ਨੂੰ ਸੰਸਾਰ ਤੋਂ ਤਾਰ ਸਕਦਾ ਹੈ। ਹਾਂਜੀ, ਸਾਧ ਕੁਰਬਾਨ ਜਾਊ। ਹੇ ਵਾਹਿਗੁਰੂ, ਤੇਰੇ ਨਾਮ ਤੋਂ ਮੈਂ ਸਦਾ ਹੀ ਕੁਰਬਾਨ ਜਾਵਾਂ। ਆਪ
ਆਪ ਜੀ ਦਾ ਅੰਮ੍ਰਿਤ ਨਾਮ ਜਿਹੜਾ ਇਸ ਜੀਵ ਨੂੰ ਤਾਰਦਾ ਹੈ, ਤੁਹਾਡੇ ਅੰਮ੍ਰਿਤ ਨਾਮ ਤੋਂ ਮੈਂ ਸਦਾ ਕੁਰਬਾਨ ਜਾਵਾਂ। ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਸਾਰਿਆਂ ਵਿੱਚ ਉਹ ਸੱਚਾ ਸਾਹਿਬ ਵਸਦਾ ਹੈ, ਸਭ ਵਿੱਚ ਉਸੇ ਦਾ ਨਿਵਾਸ ਹੈ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਤਾਕੀ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਜਿਸ ਤੇ ਵਾਹਿਗੁਰੂ ਜੀ ਆਪਣੀ ਨਜ਼ਰ ਕਰਦੇ ਹਨ, ਉਹੀ ਉਸ ਦੀ ਸੇਵਾ ਕਰਦੇ ਨੇ, ਉਹੀ ਉਸ ਦੀ ਸੇਵਾ ਦੇ ਵਿੱਚ ਤਤਪਰ ਹੁੰਦੇ ਹਨ। ਦੁੱਧ ਬਾਝ ਪਿਆਰੇ ਕੇਵ ਰਹਾ। ਇਹ ਵਾਹਿਗੁਰੂ ਜੀ ਤੁਹਾਡੇ ਬਿਨਾਂ ਮੈਂ ਕਿਵੇਂ ਰਹਾ? ਇਹ ਸਾਹਿਬ ਜੀ ਤੁਹਾਡੇ ਬਿਨਾਂ ਕਿਵੇਂ ਰਹੀਏ? ਸਾ ਵਡਿਆਈ ਦੇਹ, ਜਿਤ ਨਾਮ ਤੇਰੇ ਲਾਗ ਰਹਾ। ਸਾ ਵਡਿਆਈ ਦੇਹ, ਹੇ ਪ੍ਰਭੂ ਐਸੀ ਵਡਿਆਈ ਦਿਓ ਸਾਨੂੰ ਜਿਸ ਨੂੰ ਪ੍ਰਾਪਤ ਕਰਕੇ ਮੈਂ ਤੁਹਾਡੇ ਨਾਮ ਨਾਲ ਲੱਗਾ ਰਹਾ, ਜੁੜਿਆ ਰਹਾ। ਮੈਨੂੰ ਐਸੀ ਵਡਿਆਈ ਦਿਓ ਮਹਾਰਾਜ ਜਿਸ ਵਡਿਆਈ ਨੂੰ ਪ੍ਰਾਪਤ ਕਰਕੇ ਮੈਂ ਤੁਹਾਡੇ ਅੰਮ੍ਰਿਤ ਨਾਮ ਨਾਲ ਲੱਗਾ ਰਹਾ, ਜੁੜਿਆ ਰਹਾ। ਦੂਜਾ ਨਾਹੀ ਕੋਏ, ਜਿਸ ਆਗੈ ਪਿਆਰੇ ਜਾਏ ਕਹਾਂ। ਮਹਾਰਾਜ ਕੋਈ ਦੂਜਾ ਹੈ ਹੀ ਨਹੀਂ ਜਿਹਦੇ ਅੱਗੇ ਜਾ ਕੇ ਇਹ ਮੇਰੇ ਪਿਆਰੇ ਜੀ ਮੈਂ ਆਪਣਾ ਦੁੱਖ ਰੋਵਾਂ। ਕੋਈ ਦੂਜਾ ਨਹੀਂ ਹੈ, ਤੁਹਾਡੇ ਬਿਨਾਂ ਦੂਜਾ ਕੋਈ ਨਹੀਂ ਮੇਰੇ ਸਾਹਿਬ, ਜਿਸ ਅੱਗੇ ਜਾ ਕੇ ਮੈਂ ਆਪਣੀ ਬੇਨਤੀ ਕਰਾਂ। ਹਾਂਜੀ। ਰਹਾਉ ਸੇਵੀ ਸਾਹਿਬ ਆਪਣਾ, ਅਵਰ ਨਾ ਜਾਂਚੋ ਕੋਏ। ਮੈਂ ਆਪਣੇ ਸਾਹਿਬ ਨੂੰ ਸੇਵਦਾ ਹਾਂ, ਉਹਦੇ ਤੋਂ ਬਿਨਾਂ ਕਿਸੇ ਹੋਰ ਕੋਲੋਂ ਕੁਝ ਨਹੀਂ ਮੰਗਦਾ। ਜੋ ਮੰਗਦਾ ਆਪਣੇ ਸਾਹਿਬ ਕੋਲੋਂ ਮੰਗਦਾ, ਕਿਸੇ ਹੋਰ ਕੋਲੋਂ ਨਹੀਂ ਮੰਗਦਾ। ਕਿਸੇ ਹੋਰ ਕੋਲੋਂ ਮੰਗਾ ਕੀ, ਸਭ ਤਾਂ ਉਸੇ ਦੇ ਦਰ ਦੇ ਮੰਗਤੇ ਹਨ, ਤੇ ਮੰਗਤਿਆਂ ਕੋਲੋਂ ਕੀ ਮੰਗਾ ਜਦੋਂ ਸਭ ਉਸੇ ਦੇ ਦਰ ਦੇ ਭਿਖਾਰੀ ਨੇ, ਭਿਖਾਰੀਆਂ ਕੋਲੋਂ ਕੀ ਮੰਗਾ। ਮੈਂ ਆਪਣੇ ਸਾਹਿਬ ਕੋਲੋਂ ਮੰਗਦਾ, ਆਪਣੇ ਸਾਹਿਬ ਨੂੰ ਸੇਵਦਾ ਹਾਂ, ਉਸ ਤੋਂ ਬਿਨਾਂ ਮੈਂ ਕਿਸੇ ਹੋਰ ਕੋਲੋਂ ਕੁਝ ਨਹੀਂ ਮੰਗਦਾ। ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਂ ਤਿਸ ਦਾ ਦਾਸ ਹਾਂ, ਔਰ ਉਹਦੇ ਤੋਂ ਮੈਂ ਬਿੰਦੇ ਬਿੰਦੇ ਪਲ ਪਲ, ਚੁਖ ਚੁਖ ਦਾ ਮਤਲਬ ਟੁਕੜੇ ਟੁਕੜੇ ਹੋਵਾਂ, ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ, ਉਸ ਤੋਂ ਮੈਂ ਕੁਰਬਾਨ ਜਾਵਾਂ। ਸਾਹਿਬ ਤੇਰੇ ਨਾਮ ਵਿਟ ਹੋ, ਬਿੰਦ ਬਿੰਦ ਚੁਖ ਚੁਖ ਹੋਏ। ਏ ਮੇਰੇ ਸਾਹਿਬ ਜੀ ਤੁਹਾਡੇ ਨਾਮ ਤੋਂ ਬਿਨਾਂ ਇਹ ਜੀਵ ਬਿੰਦੇ ਬਿੰਦੇ ਟੁਕੜੇ ਟੁਕੜੇ ਹੋਇਆ ਫਿਰਦਾ। ਏਦਾਂ ਵੀ ਅਰਥ ਕਰਦੇ ਆ ਸਾਹਿਬ ਜੀ, ਤੁਹਾਡੇ ਨਾਮ ਤੋਂ ਮੈਂ ਪਲ ਪਲ ਕਰਕੇ ਬਲਿਹਾਰ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ, ਕੁਰਬਾਨ ਜਾਵਾਂ। ਗਰੀਬ ਨਵਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਕੱਲ ਚੇਤਰ ਦੀ ਸਕਰਾਂਤ ਦਾ ਦਿਨ ਹੈ। ਨਾਨਕ ਸ਼ਾਹੀ ਸੰਮਤ ਦਾ ਨਵਾਂ ਸਾਲ ਸਾਡਾ ਜਿਹੜਾ ਖਾਲਸੇ ਦਾ, ਉਹ ਕੱਲ ਤੋਂ ਪ੍ਰਾਰੰਭ ਹੋਣਾ। ਵੱਧ ਚੜ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ, ਗੁਰੂ ਜਸ ਸਰਵਣ ਕਰੋ। ਦੂਸਰੀ ਬੇਨਤੀ ਹੈ ਕਿ ਅੱਜ ਮੱਸਿਆ ਦਾ ਦਿਨ ਹੈ। ਮੱਸਿਆ ਵਾਲੇ ਦਿਨ ਔਰ ਪੂਰਨਮਾਸ਼ੀ ਵਾਲੇ ਦਿਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ ਹੈ। 10 ਵਜੇ ਨਾਲ ਖੰਡੇ ਦੀ ਪੌਲ ਤਿਆਰ ਹੋਵੇਗੀ। ਜਿਹੜੇ ਮਾਈ ਭਾਈ ਹਾਲੇ ਅੰਮ੍ਰਿਤਧਾਰੀ ਨਹੀਂ ਹੋਏ, ਉਹ ਗੁਰੂ ਕੀ ਪੌਲ ਛਕ ਕੇ ਗੁਰੂ ਵਾਲੇ ਬਣੋ।
21 ਮਾਰਚ ਦਿਨ ਐਤਵਾਰ ਸਵੇਰੇ 9 ਤੋਂ ਦੁਪਹਿਰੇ 2 ਵਜੇ ਤੱਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਕੀਤੇ ਜਾ ਰਹੇ ਨੇ। ਪਟਿਆਲੇ ਜ਼ਿਲ੍ਹੇ ਦਾ ਇਹ ਸਾਰੀਆਂ ਸੰਗਤਾਂ ਦਾ ਸਾਂਝਾ ਸਮਾਗਮ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸੱਜ ਰਹੇ 21 ਮਾਰਚ ਦੇ ਇਹਨਾਂ ਸਮਾਗਮਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬਾਨ, ਸ੍ਰੀ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਹਿਬਾਨ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾਕਾਰ, ਬਾਬਾ ਬੰਤਾ ਸਿੰਘ ਜੀ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ, ਪੰਥ ਦੀਆਂ ਧਾਰਮਿਕ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਮਹਾਂਪੁਰਸ਼ ਮਹਾਤਮਾ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 21 ਮਾਰਚ ਸਵੇਰੇ 9 ਤੋਂ ਦੁਪਹਿਰੇ 2 ਵਜੇ ਤੱਕ ਸੱਜ ਰਹੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕਿਉਂਕਿ ਭਾਗਾਂ ਬਿਨਾਂ ਸਾਧ ਸੰਗ ਨਹੀਂ ਲੱਭਦਾ। ਭਾਗ ਚੰਗੇ ਹੋਣ ਤਾਂ ਐਸੇ ਸਮਾਗਮ ਵਿੱਚ 400 ਸਾਲਾ ਪ੍ਰਕਾਸ਼ ਗੁਰਪੁਰਬ ਸਾਨੂੰ ਮਨਾਉਣਾ ਪ੍ਰਾਪਤ ਹੋ ਰਿਹਾ। ਇਹ ਸਾਡੇ ਭਾਗ ਹਨ। ਨੌਵੇਂ ਪਾਤਸ਼ਾਹ ਨੇ ਸਾਡੇ ਭਾਗਾਂ ਨੂੰ ਫਲ ਲਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੁਰਬਾਂ ਤੇ ਹਾਜ਼ਰੀਆਂ ਭਰੋ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।